ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਤੁਹਾਡੀ ਅੱਜ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਤੁਹਾਡੇ ਪੇਪਰ ਆਉਣ ਵਾਲੇ ਹਨ, ਇਸ ਲਈ ਅੱਜ ਅਸੀਂ ਕੋਈ ਨਵਾਂ ਵਿਸ਼ਾ ਨਹੀਂ ਕਰਾਂਗੇ। ਤੁਹਾਨੂੰ ਪੇਪਰ ਵਾਸਤੇ ਜੋ ਸਿਲੇਬਸ ਦਿੱਤਾ ਗਿਆ ਹੈ, ਅਸੀਂ ਅੱਜ ਉਸੇ ਦੀ ਦੁਹਰਾਈ ਕਰਾਂਗੇ। ਅਤੇ ਦੁਹਰਾਈ ਕਰਨ ਲਈ ਅਸੀਂ ਤੁਹਾਨੂੰ ਪਾਠ ਪੁਸਤਕ ਕਰੂੰਬਲਾਂ ਦੇ ਵਿੱਚੋਂ 2 ਪਾਠ ਦਿੱਤੇ ਹਨ, ਜੋ ਕਿ ਕਹਾਣੀਆਂ ਹਨ। ਪਹਿਲੀ ਹੈ ਚੂਹਾ ਅਤੇ ਰਿਸ਼ੀ ਅਤੇ ਦੂਸਰੀ ਹੈ ਮੂਰਖ ਕੱਛੂ। ਅਤੇ ਚਲੋ ਆਓ ਅਸੀਂ ਇਹਨਾਂ ਦੋਨਾਂ ਕਹਾਣੀਆਂ ਦੀ ਇੱਕ ਵਾਰੀ ਦੁਹਰਾਈ ਕਰਦੇ ਹਾਂ। ਬੱਚਿਓ, ਤੁਹਾਡੀ ਪਹਿਲੀ ਕਹਾਣੀ ਹੈ ਚੂਹਾ ਅਤੇ ਰਿਸ਼ੀ। ਮੈਂ ਤੁਹਾਨੂੰ ਇਸ ਕਹਾਣੀ ਬਾਰੇ ਦੁਬਾਰਾ ਜਾਣਕਾਰੀ ਦੇ ਦਿੰਦੀ ਹਾਂ, ਧਿਆਨ ਨਾਲ ਸੁਣਨਾ ਬੇਟਾ। ਇਸ ਕਹਾਣੀ ਵਿੱਚ ਇਹੀ ਦੱਸਿਆ ਗਿਆ ਹੈ ਕਿ ਬਹੁਤ ਪੁਰਾਣੇ ਸਮੇਂ ਦੀ ਗੱਲ ਸੀ। ਇੱਕ ਰਿਸ਼ੀ ਜਿਹੜਾ ਸੀ ਉਹ ਆਪਣੀ ਕੁਟੀਆ ਦੇ ਅੱਗੇ ਬੈਠ ਕੇ ਅਤੇ ਚੜ੍ਹਦੇ ਹੋਏ ਸੂਰਜ ਦਾ ਨਜ਼ਾਰਾ ਦੇਖ ਰਿਹਾ ਸੀ। ਅਤੇ ਅਚਾਨਕ ਕੀ ਹੋਇਆ ਕਿ ਉੱਪਰੋਂ ਇੱਕ ਕਾਂ ਲੰਘਿਆ, ਜਿਸ ਦੇ ਮੂੰਹ ਦੇ ਵਿੱਚ ਇੱਕ ਚੂਹਾ ਸੀਗਾ। ਅਤੇ ਉਹ ਉਸ ਨੂੰ ਲੈ ਕੇ ਕਿਤੇ ਜਾ ਰਿਹਾ ਸੀ। ਉਸ ਨੂੰ ਅਚਾਨਕ ਹੋਰ ਕਾਂ ਨਜ਼ਰ ਆਏ ਅਤੇ ਉਹਨਾਂ ਨੂੰ ਦੇਖ ਕੇ ਉਹਨੇ ਕਾਂ ਕਾਂ ਕਰਨ ਲਈ ਜਿਸ ਤਰ੍ਹਾਂ ਹੀ ਆਪਣਾ ਮੂੰਹ ਖੋਲ੍ਹਿਆ, ਉਹਦੇ ਮੂੰਹ 'ਚੋਂ ਉਹ ਚੂਹਾ ਨੀਚੇ ਡਿੱਗ ਗਿਆ। ਅਤੇ ਚੂਹਾ ਜਿੱਥੇ ਡਿੱਗਿਆ ਬੇਟਾ, ਉੱਥੇ ਘਾਹ ਫੂਸ ਪਿਆ ਸੀ, ਇਸ ਕਰਕੇ ਚੂਹੇ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਚੂਹਾ ਡਰ ਦੇ ਮਾਰੇ ਭੱਜਦਾ ਹੋਇਆ ਫਟਾਫਟ ਰਿਸ਼ੀ ਦੇ ਕੋਲ ਆ ਗਿਆ ਅਤੇ ਰਿਸ਼ੀ ਨੂੰ ਉਸ ਚੂਹੇ ਦੇ ਉੱਤੇ ਦਇਆ ਆ ਗਈ ਅਤੇ ਰਿਸ਼ੀ ਨੇ ਉਸ ਨੂੰ ਖਾਣ ਪੀਣ ਲਈ ਰੋਟੀ ਦਿੱਤੀ। ਰੋਟੀ ਖਾ ਕੇ ਚੂਹਾ ਜਿਹੜਾ ਸੀ ਉਹ ਥੋੜ੍ਹਾ ਠੀਕ ਮਹਿਸੂਸ ਕਰਨ ਲੱਗ ਪਿਆ ਅਤੇ ਉਸ ਤੋਂ ਬਾਅਦ ਚੂਹੇ ਨੇ ਰਿਸ਼ੀ ਕੋਲੋਂ ਉਹਦੀ ਕੁਟੀਆ ਦੇ ਨੇੜੇ ਹੀ ਰਹਿਣ ਦੀ ਆਗਿਆ ਮੰਗੀ। ਉਹਨੇ ਕਿਹਾ ਕਿ ਜੇ ਤੁਸੀਂ ਮੈਨੂੰ ਇੱਥੇ ਨਹੀਂ ਰਹਿਣ ਦਿਓਗੇ ਤਾਂ ਕਾਂ ਜਿਹੜੇ ਨੇ ਉਹ ਮੈਨੂੰ ਖਾ ਜਾਣਗੇ, ਇਸ ਲਈ ਤੁਸੀਂ ਮੈਨੂੰ ਪਲੀਜ਼ ਇੱਥੇ ਹੀ ਰਹਿਣ ਦਿਓ। ਫਿਰ ਰਿਸ਼ੀ ਨੇ ਵੀ ਉਸ ਨੂੰ ਕੁਟੀਆ ਦੇ ਨੇੜੇ ਰਹਿਣ ਦੀ ਆਗਿਆ ਦੇ ਦਿੱਤੀ। ਉਸ ਤੋਂ ਬਾਅਦ ਚੂਹੇ ਨੂੰ ਹਰ ਰੋਜ਼ ਰੋਟੀ ਮਿਲਣ ਲੱਗ ਪਈ ਅਤੇ ਚੂਹਾ ਤਕੜਾ ਹੋ ਗਿਆ। ਉਹ ਆਪਣੇ ਆਪ ਨੂੰ ਚੰਗਾ ਮਹਿਸੂਸ ਕਰਨ ਲੱਗ ਪਿਆ। ਫਿਰ ਬੱਚਿਓ, ਕਾਫੀ ਸਾਰੇ ਦਿਨ ਬੀਤ ਗਏ ਅਤੇ ਇੱਕ ਦਿਨ ਕੀ ਹੋਇਆ ਕਿ ਇੱਕ ਦਿਨ ਇੱਕ ਬਿੱਲੀ ਨੇ ਉਸ ਚੂਹੇ ਨੂੰ ਦੇਖ ਲਿਆ। ਅਤੇ ਤੁਹਾਨੂੰ ਪਤਾ ਨਾ ਕਿ ਬਿੱਲੀ ਨੂੰ ਚੂਹੇ ਖਾਣੇ ਪਸੰਦ ਨੇ। ਸੋ ਉਹ ਬਿੱਲੀ ਉਸ ਚੂਹੇ ਨੂੰ ਖਾਣ ਵਾਸਤੇ ਉਹਦੇ ਕੋਲ ਆਈ। ਚੂਹਾ ਡਰ ਗਿਆ ਅਤੇ ਚੂਹਾ ਜ਼ੋਰ ਜ਼ੋਰ ਦੀ ਮਹਾਰਾਜ ਬਚਾਓ, ਮਹਾਰਾਜ ਬਚਾਓ ਬੋਲਦਾ ਹੋਇਆ ਰਿਸ਼ੀ ਦੇ ਕੋਲ ਆ ਗਿਆ। ਹੁਣ ਰਿਸ਼ੀ ਨੇ ਉਸ ਚੂਹੇ ਨੂੰ ਉਸ ਬਿੱਲੀ ਕੋਲੋਂ ਬਚਾਉਣ ਲਈ ਉਸਨੇ ਬਿੱਲੀ ਬਣਾ ਦਿੱਤਾ, ਕਿਉਂਕਿ ਬਿੱਲੀ ਜਿਹੜੀ ਹੈ ਉਹ ਬਿੱਲੀ ਨੂੰ ਨਹੀਂ ਖਾ ਸਕਦੀ, ਇਸ ਕਰਕੇ ਰਿਸ਼ੀ ਨੇ ਉਸਨੂੰ ਬਿੱਲੀ ਬਣਾ ਦਿੱਤਾ। ਅਤੇ ਜਦੋਂ ਬਿੱਲੀ ਨੇ ਦੇਖਿਆ ਕਿ ਚੂਹਾ ਬਿੱਲੀ ਬਣ ਗਿਆ ਅਤੇ ਫਿਰ ਉਹ ਉਹਨੂੰ ਛੱਡ ਕੇ ਚਲੀ ਗਈ ਔਰ ਚੂਹੇ ਦੀ ਜਾਨ ਬਚ ਗਈ ਅਤੇ ਚੂਹੇ ਨੇ ਰਿਸ਼ੀ ਦਾ ਧੰਨਵਾਦ ਕੀਤਾ। ਇਸੇ ਤਰ੍ਹਾਂ ਹੀ ਕੁਝ ਦਿਨ ਹੋਰ ਲੰਘੇ ਤਾਂ ਫਿਰ ਇੱਕ ਕੁੱਤੇ ਨੇ ਉਸ ਬਿੱਲੀ ਨੂੰ ਦੇਖ ਲਿਆ ਅਤੇ ਉਹ ਕੁੱਤਾ ਜਿਹੜਾ ਸੀ ਉਹ ਵੀ ਉਸ ਬਿੱਲੀ ਨੂੰ ਖਾਣਾ ਚਾਹੁੰਦਾ ਸੀ। ਫਿਰ ਰਿਸ਼ੀ ਨੇ ਬਿੱਲੀ ਨੂੰ ਕੁੱਤੇ ਤੋਂ ਬਚਾਉਣ ਵਾਸਤੇ ਉਸਨੂੰ ਸ਼ੇਰ ਬਣਾ ਦਿੱਤਾ। ਸੋ ਉਸਨੇ ਫਿਰ ਰਿਸ਼ੀ ਦਾ ਧੰਨਵਾਦ ਕੀਤਾ ਅਤੇ ਜਦੋਂ ਕੁੱਤਾ ਸ਼ੇਰ ਬਣ ਗਿਆ ਤਾਂ ਉਸਨੂੰ ਕਿਸੇ ਦਾ ਵੀ ਡਰ ਨਹੀਂ ਸੀ। ਉਹ ਕਿਸੇ ਕੋਲੋਂ ਵੀ ਡਰਦਾ ਨਹੀਂ ਸੀ, ਸਗੋਂ ਜਿਹੜੇ ਕੁਟੀਆ ਦੇ ਨੇੜੇ ਤੇੜੇ ਲੋਕ ਆਉਂਦੇ ਜਾਂਦੇ ਸੀ ਨਾ, ਉਹ ਉਸਨੂੰ ਦੇਖ ਕੇ ਉਹਦੇ ਕੋਲੋਂ ਡਰਦੇ ਸੀ। ਲੇਕਿਨ ਰਿਸ਼ੀ ਨੇ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਡਰਿਆ ਨਾ ਕਰੋ, ਇਹ ਸ਼ੇਰ ਨਹੀਂ ਹੈ, ਇਹ ਚੂਹਾ ਹੈ। ਮੈਂ ਇਸ ਨੂੰ ਦੂਸਰੇ ਜਾਨਵਰਾਂ ਕੋਲੋਂ ਬਚਾਉਣ ਵਾਸਤੇ ਹੀ ਸ਼ੇਰ ਬਣਾਇਆ ਹੈ, ਸੋ ਇਸ ਲਈ ਤੁਸੀਂ ਇਹਦੇ ਕੋਲੋਂ ਡਰਿਆ ਨਾ ਕਰੋ। ਇਹ ਗੱਲ ਸੁਣ ਕੇ ਉਹ ਜਿਹੜਾ ਸ਼ੇਰ ਸੀ ਨਾ, ਉਸ ਨੂੰ ਚੰਗਾ ਨਹੀਂ ਲੱਗਿਆ, ਉਸਨੂੰ ਬਹੁਤ ਦੁੱਖ ਹੋਇਆ, ਕਿਉਂਕਿ ਉਸ ਨੂੰ ਚੰਗਾ ਲੱਗਦਾ ਸੀ ਜਦੋਂ ਲੋਕ ਉਹਦੇ ਕੋਲੋਂ ਡਰਦੇ ਸਨ, ਉਹਨੂੰ ਸ਼ੇਰ ਸਮਝ ਕੇ ਉਹਦੇ ਕੋਲੋਂ ਡਰਦੇ ਸਨ। ਸੋ ਇਸ ਲਈ ਫਿਰ ਉਸਦੇ ਮਨ ਵਿੱਚ ਇਹ ਗੱਲ ਆ ਗਈ ਕਿ ਇਸ ਪੁਆੜੇ ਦੀ ਜੜ੍ਹ ਜਿਹੜਾ ਨਾ ਉਹ ਰਿਸ਼ੀ ਹੈ। ਰਿਸ਼ੀ ਨੇ ਮੈਨੂੰ ਇਸ ਮੁਸੀਬਤ ਵਿੱਚ ਪਾ ਦਿੱਤਾ ਹੈ। ਹੁਣ ਲੋਕ ਜਿਹੜੇ ਨੇ ਉਹ ਮੇਰੇ ਕੋਲੋਂ ਡਰਦੇ ਨਹੀਂ ਹੈ, ਬਿਲਕੁਲ ਵੀ ਡਰਦੇ ਨਹੀਂ ਹੈ। ਜੇ ਰਿਸ਼ੀ ਲੋਕਾਂ ਨੂੰ ਅਸਲੀ ਗੱਲ ਨਾ ਦੱਸਦਾ ਤਾਂ ਸਾਰੇ ਲੋਕਾਂ ਨੇ ਮੇਰੇ ਕੋਲੋਂ ਡਰਨਾ ਸੀ ਔਰ ਮੇਰਾ ਡਰ ਉਹਨਾਂ ਦੇ ਵਿੱਚ ਬਣਿਆ ਰਹਿਣਾ ਸੀ। ਅਤੇ ਉਸਦੇ ਮਨ ਵਿੱਚ ਆ ਗਿਆ ਕਿ ਕਿਉਂ ਨਾ ਇਸ ਨੂੰ ਮਾਰ ਦਿੱਤਾ ਜਾਵੇ। ਸੋ ਇਸ ਵਿਚਾਰ ਨਾਲ ਜਿਸ ਤਰ੍ਹਾਂ ਹੀ ਸ਼ੇਰ ਰਿਸ਼ੀ ਨੂੰ ਮਾਰਨ ਲਈ ਅੱਗੇ ਆਇਆ, ਰਿਸ਼ੀ ਨੇ ਉਹਨੂੰ ਦੁਬਾਰਾ ਚੂਹਾ ਬਣਾ ਦਿੱਤਾ
ਹੁਣ ਚੂਹਾ ਜਿਹੜਾ ਸੀ ਉਹ ਆਪਣੀ ਕਰਨੀ ਉੱਤੇ ਬਹੁਤ ਪਛਤਾ ਰਿਹਾ ਸੀ, ਬਹੁਤ ਸ਼ਰਮਿੰਦਾ ਸੀ ਅਤੇ ਇਸ ਲਈ ਉਹ ਉੱਥੋਂ ਚਲਾ ਗਿਆ। ਔਰ ਉਹਦੇ ਜਾਣ ਤੋਂ ਬਾਅਦ ਰਿਸ਼ੀ ਨੇ ਕਿਹਾ ਕਿ ਜਿਸ ਥਾਲੀ ਵਿੱਚ ਖਾਈਏ ਉਸ ਵਿੱਚ ਛੇਕ ਕਰਨ ਵਾਲਿਆਂ ਦਾ ਇਹੋ ਹਾਲ ਹੁੰਦਾ ਹੈ, ਕਿ ਮਤਲਬ ਤੁਸੀਂ ਜਿਸ ਦਾ ਚੰਗਾ ਕਰਦੇ ਹੋ ਜਾਂ ਜੋ ਕੋਈ ਤੁਹਾਡਾ ਚੰਗਾ ਕਰਦਾ ਹੈ ਉਹਦੇ ਨਾਲ ਅਗਰ ਤੁਸੀਂ ਮਾੜਾ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਮਾੜਾ ਹੀ ਹੁੰਦਾ ਹੈ। ਸੋ ਇਹ ਸੀ ਚੂਹਾ ਅਤੇ ਰਿਸ਼ੀ ਕਹਾਣੀ ਬੱਚਿਓ। ਹੁਣ ਤੁਸੀਂ ਇਹਦੇ ਵਿੱਚੋਂ, ਇਸ ਕਹਾਣੀ ਵਿੱਚੋਂ ਪਿੱਛੇ ਪਾਠ ਦੇ ਪਿੱਛੇ ਹੀ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ, ਸ਼ਬਦ ਅਰਥ ਦਿੱਤੇ ਗਏ ਹਨ। ਤੁਸੀਂ ਉਹਨਾਂ ਨੂੰ ਬੜੇ ਹੀ ਧਿਆਨ ਨਾਲ ਪੜ੍ਹਨਾ ਹੈ ਅਤੇ ਸਾਰੇ ਸ਼ਬਦਾਂ ਦੇ ਅਰਥਾਂ ਨੂੰ ਯਾਦ ਕਰਨਾ ਹੈ। ਇਹ ਤੁਹਾਨੂੰ ਕਿਸੇ ਵੀ ਰੂਪ ਵਿੱਚ ਆ ਸਕਦੇ ਆ, ਜਿਵੇਂ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਕੁਟੀਆ ਦਾ ਅਰਥ ਕੀ ਹੈ ਅਤੇ ਉਹਦੇ ਵੱਖਰੇ ਵੱਖਰੇ ਵਿਕਲਪ ਦਿੱਤੇ ਹੋਣਗੇ, ਤੁਸੀਂ ਉਹਨਾਂ ਵਿੱਚੋਂ ਸਹੀ ਵਿਕਲਪ ਚੁਣਨਾ ਹੈ। ਇਸੇ ਤਰ੍ਹਾਂ ਖਾਲੀ ਥਾਵਾਂ ਭਰੋ ਹੈ, ਤੁਹਾਨੂੰ ਪਾਠ ਦੇ ਵਿੱਚੋਂ ਕਿਸੇ ਵੀ ਲਾਈਨ ਦੇ ਵਿੱਚੋਂ ਕੋਈ ਵੀ ਖਾਲੀ ਥਾਵਾਂ ਭਰੋ ਆ ਸਕਦਾ ਹੈ। ਅੱਗੇ ਹੈ ਵਾਕ ਕਿਸ ਨੇ ਕਿਸ ਨੂੰ ਕਹੇ। ਤੁਹਾਨੂੰ ਵਾਕ ਦਿੱਤੇ ਜਾਣਗੇ ਅਤੇ ਤੁਹਾਨੂੰ ਪੁੱਛਿਆ ਜਾਏਗਾ ਕਿ ਇਹ ਵਾਕ ਕਿਸ ਨੇ ਕਹੇ ਸੀ ਅਤੇ ਕਿਸ ਨੂੰ ਕਹੇ ਸੀ। ਇਸੇ ਤਰ੍ਹਾਂ ਸਹੀ ਜਾਂ ਗਲਤ, ਤੁਹਾਨੂੰ ਵਾਕ ਦਿੱਤਾ ਜਾਏਗਾ ਅਤੇ ਪੁੱਛਿਆ ਜਾਏਗਾ ਕਿ ਇਹ ਵਾਕ ਸਹੀ ਹੈ ਜਾਂ ਗਲਤ ਹੈ। ਅਤੇ ਨਾਲ ਹੀ ਆਉਣਗੇ ਬਹੁ ਵਿਕਲਪੀ ਪ੍ਰਸ਼ਨ। ਇੱਕ ਪ੍ਰਸ਼ਨ ਦੇ ਕਈ ਉੱਤਰ ਦਿੱਤੇ ਜਾਣਗੇ, 2-3 ਉੱਤਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚੋਂ ਸਹੀ ਉੱਤਰ ਤੁਹਾਨੂੰ ਚੁਣਨਾ ਹੈ। ਤੁਸੀਂ ਇਸ ਨੂੰ ਤਿਆਰ ਕਰਨਾ ਹੈ। ਠੀਕ ਹੈ ਬੱਚਿਓ, ਇਹ ਸੀ ਤੁਹਾਡੀ ਕਹਾਣੀ ਚੂਹਾ ਅਤੇ ਰਿਸ਼ੀ। ਅਤੇ ਹੁਣ ਅਗਲੀ ਕਹਾਣੀ ਹੈ ਮੂਰਖ ਕੱਛੂ। ਮੂਰਖ ਕੱਛੂ ਦੀ ਕਹਾਣੀ ਵੀ ਮੈਂ ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਸੁਣਾ ਦਿੰਦੀ ਹਾਂ। ਇੱਕ ਵਾਰੀ ਬੇਟਾ ਇੱਕ ਛੱਪੜ ਹੁੰਦਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਜਾਨਵਰ ਆ ਕੇ ਪਾਣੀ ਪੀਂਦੇ ਸੀ ਅਤੇ ਆਪਣਾ ਗੁਜ਼ਾਰਾ ਕਰਦੇ ਸੀ। ਉਸ ਛੱਪੜ ਦੇ ਆਸੇ ਪਾਸੇ ਬਹੁਤ ਸਾਰੇ ਪੇੜ ਵੀ ਸਨ ਜਿਨ੍ਹਾਂ 'ਤੇ ਪੰਛੀ ਵੀ ਰਹਿੰਦੇ ਸਨ ਅਤੇ ਪੰਛੀਆਂ ਦੇ ਨਾਲ ਬਗਲੇ ਰਹਿੰਦੇ ਸਨ ਅਤੇ ਛੱਪੜ ਦੇ ਕੰਢੇ ਇੱਕ ਕੱਛੂ ਰਹਿੰਦਾ ਸੀ। ਸੋ ਉਹ ਛੱਪੜ ਜਿਹੜਾ ਹੈ ਨਾ, ਉਹਦਾ ਪਾਣੀ ਗਰਮੀਆਂ ਦੇ ਵਿੱਚ ਘੱਟ ਜਾਂਦਾ ਸੀ, ਪਾਣੀ ਸੁੱਕ ਜਾਂਦਾ ਸੀ। ਇੱਕ ਵਾਰੀ ਕੀ ਹੋਇਆ ਕਿ ਪਾਣੀ ਬਹੁਤ ਹੀ ਥੋੜ੍ਹਾ ਰਹਿ ਗਿਆ ਅਤੇ ਕੱਛੂ ਨੂੰ ਬਹੁਤ ਚਿੰਤਾ ਹੋਈ ਕਿ ਹੁਣ ਮੈਂ ਇੱਥੇ ਕਿਸ ਤਰ੍ਹਾਂ ਰਹਿ ਸਕਾਂਗਾ। ਜੇ ਇੱਥੇ ਪਾਣੀ ਨਹੀਂ ਹੋਇਆ ਤਾਂ ਫਿਰ ਮੈਂ ਇੱਥੇ ਰਹਿ ਨਹੀਂ ਸਕਦਾ। ਅਤੇ ਉਹ ਬਹੁਤ ਚਿੰਤਾ ਕਰਨ ਲੱਗ ਪਿਆ। ਬਗਲਿਆਂ ਨੇ ਉਸ ਦੀ ਚਿੰਤਾ ਵੱਲ ਧਿਆਨ ਦਿੱਤਾ ਅਤੇ ਉਸਨੂੰ ਕਿਹਾ ਕਿ ਕੋਈ ਗੱਲ ਨਹੀਂ, ਅਸੀਂ ਕੋਈ ਨਾ ਕੋਈ ਹੱਲ ਲੱਭਦੇ ਹਾਂ। ਬਗਲੇ ਬਹੁਤ ਦੂਰ ਤੱਕ ਉੱਡ ਕੇ ਜਾਂਦੇ ਹਨ ਅਤੇ ਜਾ ਕੇ ਦੇਖਦੇ ਹਨ ਕਿ ਇੱਕ ਕਿਸੇ ਹੋਰ ਜਗ੍ਹਾ 'ਤੇ ਵੀ ਪਾਣੀ ਹੈ। ਉਹ ਵਾਪਸ ਆ ਕੇ ਕੱਛੂ ਨੂੰ ਦੱਸਦੇ ਹਨ ਕਿ ਅਸੀਂ ਗਏ ਸੀ, ਅਸੀਂ ਦੇਖਿਆ ਹੈ ਕਿ ਇੱਕ ਦੂਸਰੀ ਜਗ੍ਹਾ 'ਤੇ ਪਾਣੀ ਹੈ, ਅਸੀਂ ਉੱਥੇ ਜਾ ਸਕਦੇ ਹਾਂ। ਕੱਛੂ ਇਹ ਗੱਲ ਸੁਣ ਕੇ ਖੁਸ਼ ਤਾਂ ਹੋਇਆ, ਪਰ ਹੁਣ ਉਸਨੂੰ ਇਹ ਚਿੰਤਾ ਹੋਈ ਕਿ ਮੈਂ ਉੱਥੇ ਜਾਵਾਂਗਾ ਕਿਸ ਤਰ੍ਹਾਂ, ਮੈਂ ਤਾਂ ਚੱਲ ਵੀ ਨਹੀਂ ਸਕਦਾ, ਦੌੜ ਵੀ ਨਹੀਂ ਸਕਦਾ ਅਤੇ ਬਗਲੇ ਤਾਂ ਫਟਾਫਟ ਉੱਡ ਕੇ ਪਹੁੰਚ ਜਾਣਗੇ, ਮੈਂ ਕਿਸ ਤਰ੍ਹਾਂ ਜਾਵਾਂਗਾ। ਅਤੇ ਫਿਰ ਬਗਲਿਆਂ ਨੇ ਉਸ ਨੂੰ ਦੱਸਿਆ ਅਤੇ ਉਸ ਦੀ ਸਮੱਸਿਆ ਦਾ ਹੱਲ ਲੱਭ ਲਿਆ। ਉਹਨਾਂ ਨੇ ਕਿਹਾ ਕਿ ਛੱਪੜ ਵਿੱਚ ਇੱਕ ਡੰਡਾ ਹੈ, ਅਸੀਂ ਇੰਝ ਕਰਾਂਗੇ ਕਿ ਉਸ ਡੰਡੇ ਨੂੰ ਆਪਣੇ ਪੰਜਿਆਂ ਨਾਲ ਪਕੜ ਲਵਾਂਗੇ ਅਤੇ ਤੂੰ ਆਪਣੇ ਮੂੰਹ ਨਾਲ ਉਹ ਡੰਡਾ ਪਕੜ ਲਈ, ਠੀਕ ਹੈ। ਅਤੇ ਇਸ ਤਰ੍ਹਾਂ ਅਸੀਂ ਉਸ ਡੰਡੇ ਨੂੰ ਪਕੜ ਕੇ ਉੱਡਦੇ ਜਾਵਾਂਗੇ ਅਤੇ ਸਾਡੇ ਨਾਲ ਤੂੰ ਵੀ ਉੱਡ ਕੇ ਦੂਸਰੀ ਜਗ੍ਹਾ 'ਤੇ ਪਹੁੰਚ ਜਾਏਗਾ। ਕੱਛੂ ਨੂੰ ਥੋੜ੍ਹੀ ਖੁਸ਼ੀ ਹੋਈ। ਉਹਨੇ ਉਹਨਾਂ ਨੂੰ ਕਿਹਾ ਕਿ ਸਾਥੀਓ, ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਮੁਸੀਬਤ ਵਿੱਚ ਮੇਰੇ ਕੰਮ ਆ ਰਹੇ ਹੋ, ਤੁਸੀਂ ਮੇਰੀ ਸਮੱਸਿਆ ਨੂੰ ਸਮਝਿਆ ਅਤੇ ਉਸ ਦਾ ਹੱਲ ਵੀ ਕਰ ਰਹੇ ਹੋ। ਅਤੇ ਬਸ ਫਿਰ ਕੀ ਸੀ, ਫਿਰ ਅਗਲੇ ਦਿਨ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਅਤੇ ਬਗਲਿਆਂ ਨੇ ਡੰਡਾ ਆਪਣੇ ਪੰਜਿਆਂ ਨਾਲ ਪਕੜ ਲਿਆ ਅਤੇ ਕੱਛੂ ਨੇ ਉਸਨੂੰ ਮੂੰਹ ਵਿੱਚ ਪਕੜ ਲਿਆ। ਲੇਕਿਨ ਬਗਲਿਆਂ ਨੇ ਉਸਨੂੰ ਪਹਿਲੇ ਚੇਤਾਵਨੀ ਦਿੱਤੀ ਕਿ ਤੂੰ ਆਪਣਾ ਮੂੰਹ ਬਿਲਕੁਲ ਨਾ ਖੋਲ੍ਹੀ, ਕਿਉਂਕਿ ਜੇ ਤੂੰ ਮੂੰਹ ਖੋਲ੍ਹੇਗਾ ਤਾਂ ਤੂੰ ਡਿੱਗ ਸਕਦਾ ਹੈ, ਤੂੰ ਉਸਨੂੰ ਘੁੱਟ ਕੇ ਫੜੀ, ਕਿਤੇ ਡਿੱਗ ਨਾ ਜਾਈਂ। ਕੱਛੂ ਨੇ ਉਹਨਾਂ ਦੀ ਗੱਲ ਦਾ ਸਮਰਥਨ ਕੀਤਾ। ਉਹਨੇ ਕਿਹਾ ਠੀਕ ਹੈ, ਮੈਂ ਇਸਨੂੰ ਚੰਗੀ ਤਰ੍ਹਾਂ ਧਿਆਨ ਨਾਲ ਪਕੜਾਂਗਾ, ਮੈਂ ਨਹੀਂ ਬੋਲਾਂਗਾ। ਅਤੇ ਇਸ ਤਰ੍ਹਾਂ ਉਹ ਬਗਲੇ ਅਤੇ ਕੱਛੂ ਉੱਡਣ ਲਈ ਤਿਆਰ ਹੋ ਗਏ। ਉਹ ਦੂਸਰੀ ਥਾਂ 'ਤੇ ਜਾਣ ਲੱਗੇ। ਉੱਡਦੇ ਉੱਡਦੇ ਉਹਨਾਂ ਨੂੰ ਕਈ ਜਗ੍ਹਾ ਨਜ਼ਰ ਆਈਆਂ,
ਕੱਛੂ ਨੇ ਕਦੇ ਵੀ ਬਾਹਰ ਦੀ ਦੁਨੀਆ ਨਹੀਂ ਦੇਖੀ ਸੀ। ਉਹ ਪਹਿਲੀ ਵਾਰੀ ਦੇਖ ਰਿਹਾ ਸੀ। ਕਿਤੇ ਪਿੰਡ ਆਉਂਦੇ ਸੀ, ਕਿਤੇ ਸ਼ਹਿਰ ਆਉਂਦੇ ਸੀ, ਕਿਤੇ ਹਰਿਆਲੀ ਆਉਂਦੀ ਸੀ, ਬਹੁਤ ਸਾਰੇ ਜੰਗਲ ਆਉਂਦੇ ਸੀ, ਕਿਤੇ ਪਹਾੜ ਆਉਂਦੇ ਸੀ ਅਤੇ ਕਿਤੇ ਬੰਜਰ ਜ਼ਮੀਨ ਆਉਂਦੀ ਸੀ। ਕੱਛੂ ਇਹ ਸਭ ਪਹਿਲੀ ਵਾਰ ਦੇਖ ਰਿਹਾ ਸੀ। ਉਹਨੂੰ ਇਹ ਸਭ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਸੀ। ਉਹਦਾ ਮਨ ਕਰ ਰਿਹਾ ਸੀ ਕਿ ਉਹ ਕੱਛਾਂ ਵਜਾਏ। ਉਹ ਬਹੁਤ ਖੁਸ਼ ਹੋ ਰਿਹਾ ਸੀ, ਪਰ ਉਹ ਕੁਝ ਬੋਲ ਨਹੀਂ ਸਕਦਾ ਸੀ, ਕਿਉਂਕਿ ਜੇ ਬੋਲਦਾ ਤਾਂ ਉਹ ਡਿੱਗ ਜਾਂਦਾ। ਸੋ ਇਸੇ ਤਰ੍ਹਾਂ ਉੱਡਦੇ ਉੱਡਦੇ ਇੱਕ ਪਿੰਡ ਆ ਗਿਆ। ਪਿੰਡ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਸੀ ਉਹ ਖੇਡ ਰਹੇ ਸੀ, ਅਤੇ ਉਹਨਾਂ ਬੱਚਿਆਂ ਨੇ ਜਦੋਂ ਬਗਲਿਆਂ ਨੂੰ ਇਸ ਤਰ੍ਹਾਂ ਕੱਛੂ ਨੂੰ ਲੈ ਕੇ ਉੱਡਦੇ ਦੇਖਿਆ ਨਾ, ਅਤੇ ਉਹਨਾਂ ਨੂੰ ਬੜੀ ਹੈਰਾਨੀ ਹੋਈ ਅਤੇ ਉਹ ਉੱਤੇ ਵੇਖਣ ਲੱਗ ਪਏ, ਬੜੀ ਹੈਰਾਨੀ ਨਾਲ ਵੇਖਣ ਲੱਗ ਪਏ। ਅਤੇ ਕੱਛੂ ਵੀ ਉਹਨਾਂ ਨੂੰ ਦੇਖ ਕੇ ਬਹੁਤ ਹੈਰਾਨ ਹੋਇਆ। ਅਤੇ ਜਦੋਂ ਕੱਛੂ ਨੇ ਉਹਨਾਂ ਨੂੰ ਦੇਖਿਆ ਅਤੇ ਕੱਛੂ ਦੇ ਮੂੰਹੋਂ ਅਚਾਨਕ ਹੀ ਖੁਸ਼ੀ ਨਾਲ ਨਿਕਲ ਗਿਆ, ਬਈ ਬੱਲੇ ਬੱਲੇ। ਫੇਰ ਕੀ ਸੀ, ਜਿਸ ਤਰ੍ਹਾਂ ਹੀ ਕੱਛੂ ਨੇ ਮੂੰਹ ਖੋਲ੍ਹਿਆ, ਉਹ ਸਿੱਧਾ ਨੀਚੇ ਧਰਤੀ 'ਤੇ ਆ ਕੇ ਡਿੱਗਿਆ ਅਤੇ ਉਸਦੇ ਟੁਕੜੇ ਟੁਕੜੇ ਹੋ ਗਏ। ਬੇਚਾਰਾ ਪਾਣੀ ਵੀ ਨਹੀਂ ਮੰਗ ਸਕਿਆ ਔਰ ਖ਼ਤਮ ਹੋ ਗਿਆ। ਬਗਲੇ ਸੋਚ ਰਹੇ ਸਨ ਕਿ ਜੇ ਉਹ ਮੂੰਹ ਨਾ ਖੋਲ੍ਹਦਾ ਤਾਂ ਸ਼ਾਇਦ ਬਚ ਜਾਂਦਾ, ਅਤੇ ਉਹਨਾਂ ਬਗਲਿਆਂ ਨੂੰ ਉਹਦੇ ਵਿਛੜਨ ਦਾ ਫਿਰ ਬਹੁਤ ਦੁੱਖ ਹੋਇਆ। ਸੋ ਬੱਚੋ, ਇਸ ਕਹਾਣੀ ਤੋਂ ਸਾਨੂੰ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਵੱਡਿਆਂ ਕੋਲੋਂ ਜਿਹੜੀਆਂ ਹਦਾਇਤਾਂ ਮਿਲਦੀਆਂ ਹਨ, ਜੋ ਵੀ ਸਾਡੇ ਵੱਡੇ ਸਾਨੂੰ ਕਹਿੰਦੇ ਹਨ, ਸਾਨੂੰ ਉਸ ਚੀਜ਼ ਨੂੰ ਮੰਨਣਾ ਚਾਹੀਦਾ ਹੈ, ਚੰਗੀ ਤਰ੍ਹਾਂ ਮੰਨਣਾ ਚਾਹੀਦਾ ਹੈ, ਨਹੀਂ ਤਾਂ ਸਾਡਾ ਨੁਕਸਾਨ ਹੋ ਜਾਂਦਾ ਹੈ। ਠੀਕ ਹੈ ਬੇਟਾ। ਸੋ ਇਸ ਪਾਠ ਦੇ ਵਿੱਚੋਂ ਵੀ ਬੇਟਾ ਤੁਸੀਂ ਇਹਦੇ ਔਖੇ ਸ਼ਬਦਾਂ ਦੇ ਅਰਥ ਜਿਹੜੇ ਨੇ ਉਹ ਚੰਗੀ ਤਰ੍ਹਾਂ ਯਾਦ ਕਰਨੇ ਨੇ, ਅਤੇ ਸ਼ਬਦ ਅਰਥ ਦੇ ਨਾਲ ਨਾਲ ਹੀ ਖਾਲੀ ਥਾਵਾਂ ਭਰੋ ਅਤੇ ਬਹੁ ਵਿਕਲਪੀ ਪ੍ਰਸ਼ਨ ਜੋ ਕਿ ਤੁਹਾਨੂੰ ਅਭਿਆਸ ਵਿੱਚ ਕਰਾਏ ਗਏ ਹਨ, ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਯਾਦ ਕਰਨਾ ਹੈ। ਤੁਹਾਨੂੰ ਪਾਠ ਦੀ ਕਿਸੇ ਵੀ ਲਾਈਨ ਦੇ ਵਿੱਚੋਂ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਸੋ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਤੁਸੀਂ ਸਭ ਨੇ ਮਿਹਨਤ ਕਰਨੀ ਹੈ। ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਬੱਚੇ ਆਪਣਾ ਪੇਪਰ ਬਹੁਤ ਹੀ ਧਿਆਨ ਨਾਲ ਅਤੇ ਸਾਵਧਾਨੀ ਨਾਲ ਕਰੋਗੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬੇਟਾ।